ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਧੰਨਤਾ ਦੇ ਯੋਗ ਹੋ, ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ 'ਚ ਬੈਠ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਥਾ ਬੜੇ ਹੀ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਆਓ ਅੱਜ ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰ ਸਕੀਏ। ਇਸ ਤੋਂ ਪਹਿਲਾਂ ਜਿੰਨੇ ਵੀ ਸਰੀਰ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ 'ਚ ਜੁੜ ਬੈਠੇ ਆ, ਇੱਕ ਵਾਰ ਕਹਿਣ 'ਤੇ ਫਤਿਹ ਪ੍ਰਵਾਨ ਕਰਿਓ। ਸਾਰੇ ਹੀ ਬੁਲੰਦ ਆਵਾਜ਼ ਦੇ ਵਿੱਚ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਪਾਵਨ ਸ਼ਬਦ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਗੁਰੂ ਹੈ। ਬਾਣੀ ਹੀ ਗੁਰੂ ਹੈ। ਬਾਣੀ ਦੇ ਵਿੱਚ ਸਮਰੱਥਾ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਮਾਨਸਾਂ ਤੋਂ ਦੇਵਤੇ ਬਣਾਉਣ ਦੀ ਸਮਰੱਥਾ ਰੱਖਦੀ ਹੈ। ਸਤਿਗੁਰੂ ਜੀ ਦੀ ਬਾਣੀ ਜਿਸ ਮਨੁੱਖ ਦੇ ਹਿਰਦੇ ਵਿੱਚ ਵਸ ਗਈ, ਜਿਸ ਮਨੁੱਖ ਨੇ ਆਪਣੇ ਗ੍ਰਹਿਣ 'ਚ ਵਸਾ ਲਈ, ਉਸ ਦਾ ਜੀਵਨ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਈ ਪਾਵਨ ਬਾਣੀ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਹਿਣ ਲੱਗੇ ਸੰਸਾਰ ਦੀ ਜਿਹੜੀ ਪ੍ਰੀਤ ਹੈ, ਜਿਹੜੀ ਜਗਤ ਦੀ ਪ੍ਰੀਤੀ ਹੈ, ਇਹ ਝੂਠ ਹੈ। ਹੁਣ ਦੇਖੋ ਨਾ, ਗੁਰਬਾਣੀ ਦੇ ਵਿੱਚ ਬਹੁਤ ਥਾਵਾਂ 'ਤੇ ਜ਼ਿਕਰ ਆਉਂਦਾ ਝੂਠ ਦਾ, ਔਰ ਝੂਠ ਮੈਨੂੰ ਚੰਗਾ ਲੱਗਦਾ। ਮੈਂ ਕਿਸੇ ਨਾਲ ਝੂਠ ਬੋਲਦਾ, ਮੈਨੂੰ ਚੰਗਾ ਲੱਗਦਾ। ਪਰ ਜਦੋਂ ਮੇਰੇ ਨਾਲ ਕੋਈ ਝੂਠ ਬੋਲੇ, ਮੈਨੂੰ ਮਾੜਾ ਲੱਗਦਾ। ਜਦੋਂ ਮੇਰੇ ਨਾਲ ਕੋਈ ਝੂਠ ਬੋਲ ਕੇ ਠੱਗੀ ਕਰੇ, ਮੈਨੂੰ ਮਾੜੀ ਹੈ। ਮੈਂ ਕਿਸੇ ਨਾਲ ਝੂਠ ਬੋਲ ਕੇ ਠੱਗੀ ਕਰਾਂ, ਮੈਨੂੰ ਚੰਗੀ ਹੈ। ਅਤੇ ਸਤਿਗੁਰੂ ਕਹਿੰਦੇ ਜਿਹੜੀ ਜਗਤ ਦੀ ਪ੍ਰੀਤ ਹੀ ਨਾ, ਜਿਹਨੂੰ ਤੂੰ ਆਪਣੀ ਸਮਝ ਕੇ ਬਹਿ ਗਿਆ, ਜਿਹਦੇ ਨਾਲ ਵੀ ਤੂੰ ਮੋਹ ਕਰਦਾ, ਜਿਹਦੇ ਨਾਲ ਪਿਆਰ ਕਰਦਾ, ਜਿਹਦੇ ਨਾਲ ਸਨੇਹ ਕਰਦਾ, ਇਹ ਪ੍ਰੀਤ ਝੂਠੀ ਆ। ਸੱਚੀ ਪ੍ਰੀਤ ਉਸ ਅਕਾਲ ਪੁਰਖ ਪਰਮਾਤਮਾ ਦੀ ਹੈ। ਸੱਚੀ ਪ੍ਰੀਤ ਪਰਮਾਤਮਾ ਨਾਲ ਜੋੜ। ਸੰਸਾਰ ਨਾਲ ਜੋੜੀ ਪ੍ਰੀਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੌਣ ਜਾਣਦਾ ਕਿ ਸੰਸਾਰ ਤੇ ਮੇਰਾ, ਸੰਸਾਰ ਤੇ ਕੋਈ ਵੀ ਨਹੀਂ। ਕੋਈ ਸਾਕ ਸੰਬੰਧੀ, ਕੋਈ ਭੈਣ ਭਰਾ, ਕੋਈ ਮਿੱਤਰ, ਕੋਈ ਰਿਸ਼ਤੇਦਾਰ, ਕੋਈ ਸੱਜਣ ਵੀ ਤੇਰਾ ਨਹੀਂ। ਕੋਈ ਜਾਣੈ ਕਵਨ ਇਹਾਂ ਜਗ ਮੀਤ।
ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਸਤਿਗੁਰੂ ਕਹਿੰਦੇ ਜਿਹਦੇ ਤੇ ਉਹ ਕਿਰਪਾਲ ਪਰਮਾਤਮਾ ਦਇਆਵਾਨ ਹੋ ਜਾਵੇ, ਜਿਹਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਆ ਜਾਵੇ, ਉਹ ਹੀ ਦੱਸ ਸਕਦਾ ਹੈ ਕਿ ਦੁਨੀਆ ਤੇ ਕੌਣ ਮੇਰਾ ਹੈ। ਵਰਨਾ ਪਰਮਾਤਮਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਪਾਵਨ ਬਚਨ 'ਚ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਤੂੰ ਆਪਣੇ ਸਮਝ ਕੇ ਬੈਠਾ ਹੈ ਤੇਰੇ ਆਪਣੇ ਨਹੀਂ। ਜਿਨ੍ਹਾਂ ਨੂੰ ਤੂੰ ਆਪਣੇ ਸਮਝ ਕੇ ਬੈਠਾ ਹੈ ਇਹ ਪੂਰਬਲੇ ਕਰਮਾਂ ਦੇ ਸੰਜੋਗ ਨੇ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਸਤਿਗੁਰੂ ਕਹਿੰਦੇ ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੈ ਸੰਜੋਗੀ, ਅੰਤੈ ਕੋ ਨਾ ਸਹਾਈ। ਕਹਿਣ ਲੱਗੇ ਜਿੰਨੇ ਵੀ ਸੰਸਾਰ ਦੇ ਵਿੱਚ ਤੇਰੇ ਰਿਸ਼ਤੇ ਨੇ, ਮਾਤ ਪਿਤਾ, ਇੱਥੋਂ ਤੱਕ ਕਿਹਾ ਕਿ ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰ, ਘਰ ਵਾਲੀ ਪਤਨੀ, ਤੇਰੇ ਸਾਕ ਸੰਬੰਧੀ ਜਿਹੜੇ ਤੇਰੇ ਇਰਦ ਗਿਰਦ, ਜਿਹੜੇ ਚਾਰ ਸ਼ਫੇਰੇ ਹਰ ਵਕਤ ਤੇਰੇ ਨਾਲ ਸਨ, ਜਦੋਂ ਤੈਨੂੰ ਵਕਤ ਪਿਆ ਸਾਰਿਆਂ ਨੇ ਛੱਡ ਕੇ ਪਰੇ ਹੋ ਜਾਣਾ, ਕੋਈ ਵੀ ਤੇਰੇ ਨਾਲ ਨਹੀਂ ਟੁਕਣਾ। ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੈ ਸੰਜੋਗੀ, ਅੰਤੈ ਕੋ ਨਾ ਸਹਾਈ। ਸਤਿਗੁਰੂ ਕਹਿਣ ਲੱਗੇ ਇਹ ਪੁਰਬਲੇ ਕਰਮਾਂ ਦਾ ਸੰਜੋਗ ਹੀ ਕਿ ਇਹਨਾਂ ਦਾ ਤੇਰੇ ਨਾਲ ਮਾਤਾ ਪਿਤਾ ਦਾ ਸਨੇਹ ਹੈ, ਭੈਣ ਭਰਾਵਾਂ ਦਾ ਸਨੇਹ ਹੈ, ਰਿਸ਼ਤੇਦਾਰੀ ਦਾ ਸਨੇਹ ਹੈ, ਪਰ ਇਹ ਤੇਰੇ ਪੁਰਬਲੇ ਕਰਮਾਂ ਦਾ ਸੰਜੋਗ ਹੈ। ਜਦੋਂ ਅੰਤ ਵੇਲਾ ਆਉਣਾ ਉਦੋਂ ਤੇਰੇ ਨਾਲ ਕਿਸੇ ਨੇ ਵੀ ਸਹਾਇਤਾ ਨਹੀਂ ਹੋ ਕਰਨੀ ਔਰ ਕੋਈ ਵੀ ਸੰਸਾਰ ਤੇ ਨਾਲ ਨਹੀਂ ਹੋ ਜਾਂਦਾ। ਸੰਸਾਰ ਤੇ ਨਾਲ ਜਾਂਦੇ ਨੇ ਤੇ ਤੇਰੇ ਕੀਤੇ ਹੋਏ ਕਰਮ, ਤੇਰੇ ਚੰਗੇ ਕਰਮ ਜਿਹੜੇ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਜਿਹੜੇ ਤੇਰੇ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਤੇਰੀ ਸਹਾਇਤਾ ਕਰਨਗੇ। ਜਿਨ੍ਹਾਂ ਨਾਲ ਤੂੰ ਸੰਸਾਰ ਤੇ ਪ੍ਰੀਤ, ਹੁਣ ਨਿਰੰਕਾਰ ਦੀ ਪ੍ਰੀਤ ਤੇ ਸੰਸਾਰ ਦੀ ਪ੍ਰੀਤ 'ਚ ਫਰਕ ਹੈ। ਨਿਰੰਕਾਰ ਦੀ ਪ੍ਰੀਤ ਸੱਚੀ ਹੈ, ਸੰਸਾਰ ਦੀ ਪ੍ਰੀਤ ਝੂਠੀ ਹੈ। ਇਹ ਕਿਉਂ ਝੂਠੀ ਹੈ ਕਿ ਜਿਨ ਕੋ ਇੱਕ ਅਦੀਬ ਬੜੇ ਉਹਨੇ ਸੋਹਣੇ ਲਫ਼ਜ਼ ਲਿਖ ਦਿੱਤੇ, ਉਹਨੇ ਕਿਹਾ ਜਿਨ को अपने माने थे हमको गैरों में क्या शिकवा था, जिन्हें अपने मन के बैठे सां सानू उन्होंने भी जख्म दिते ने। सानू कांटों से कोई बात नहीं, सानू फूलों से भी जख्म पाने को मिले ने। कहन लगे कंडियां दी गल नहीं, कंडे ते जख्म देंदे ही देंदे ने, पर इत्थे जिन्हां नू फुल समझ के अपने मन के बैठे सन उन्हां भी जख्म दिते ने। ਜਿਹੜੇ ਫੁੱਲ ਸਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਂ ਇਹਨਾਂ 'ਚੋਂ ਖੁਸ਼ਬੂ ਆਉਂਦੀ ਹੈ, ਦੁਨੀਆ ਦੇ ਉਹ ਲੋਕ ਅਨਾਰਕਲੀ ਵਰਗੇ ਨੇ। ਹੁਣ ਅਨਾਰਕਲੀ ਦਾ ਫੁੱਲ ਜਿਹੜਾ ਨਾ, ਅਨਾਰਕਲੀ ਦੀ ਵੇਲ ਦੇ ਲਾਗੇ ਤੁਸੀਂ ਜਾਓ, ਦੇਖਣ ਨੂੰ ਬਹੁਤ ਸੁੰਦਰ ਲੱਗਦੀ ਹੈ, ਬੜੀ ਸੁਹਾਵਣੀ ਲੱਗਦੀ ਹੈ, ਬੜੀ ਸ਼ੋਭਾ ਦਿੰਦੀ ਹੈ, ਪਰ ਉਹਦੀ ਸਮੈਲ ਹੀ ਕੋਈ ਨਹੀਂ। ਜਿਹੜੇ ਲੋਕ ਪ੍ਰੀਤ ਕਰਦੇ ਨੇ ਤੁਹਾਡੇ ਨਾਲ, ਤੁਹਾਡੇ ਹਮਦਰਦੀ ਬਣਦਾ, ਤੁਹਾਡੇ ਸਨੇਹੀ ਬਣਦਾ, ਉਹ ਉਹਨਾਂ ਚਿਰ ਸੰਬੰਧ ਨੇ ਤੁਹਾਡੇ ਕੋਲ ਜਿੰਨਾ ਚਿਰ ਤੁਹਾਡੇ ਕੋਲੋਂ ਕੁਝ ਖਾਣ ਨੂੰ ਹੈ, ਜਿੰਨਾ ਕੁਝ ਤੁਹਾਡੇ ਕੋਲੋਂ ਪ੍ਰਾਪਤ ਕਰਨ ਨੂੰ ਹੈ, ਜਿੰਨਾ ਚਿਰ ਤੁਹਾਡੇ ਕੋਲੋਂ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਉਹਨਾਂ ਚਿਰ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਜਿਚਰ ਪੈਨਨ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਜਿੱਦਣ ਤੁਹਾਡੇ ਕੋਲੋਂ ਉਹਨਾਂ ਕੁਝ ਨਾ ਬੋਲਿਆ ਉਹਨਾਂ ਨੇ ਫਿੱਕੇ ਬੋਲ ਬੋਲਣੇ, ਉਹਨਾਂ ਨੇ ਤੁਹਾਡੇ ਪ੍ਰਤੀ ਮਾੜਾ ਬੋਲ ਬੋਲਣੇ, ਤੁਹਾਨੂੰ ਨਫ਼ਰਤ ਭਰੇ ਬੋਲ ਉਹਨਾਂ ਨੇ ਬੋਲਣੇ। ਤੇ ਸਤਿਗੁਰੂ ਕਹਿੰਦੇ ਤੂੰ ਪ੍ਰੀਤ ਉਹਦੇ ਨਾਲ ਪਾ ਜਿਹਦੇ ਨਾਲ ਤੇਰੀ ਨਿਭ ਜਾਵੇ, ਜਿਹਦੇ ਨਾਲ ਤੂੰ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ, ਔਰ ਉਹਦੇ ਨਾਲ ਪ੍ਰੀਤ ਪਾ ਮਨ ਕਰਕੇ। ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਮਨ ਦਾ ਜ਼ਿਕਰ ਆਉਂਦਾ ਤਨ ਦਾ ਜ਼ਿਕਰ ਆਉਂਦਾ, ਜਿੱਥੇ ਤਨ ਦੀ ਗੱਲ ਆਵੇਗੀ ਉੱਥੇ ਮਨ ਦੀ ਆਵੇਗੀ। ਔਰ ਜਦੋਂ ਜੇ ਅਸੀਂ ਅੱਜ ਵੀ ਇੱਥੇ ਪਾਵਨ ਕਥਾ ਸਰਵਣ ਬੈਠੇ ਕਰ ਰਹੇ ਹਾਂ, ਪਰ ਜੇ ਅਸੀਂ ਮਨ ਕਰਕੇ ਨਹੀਂ ਕਰ ਰਹੇ, ਮਨ ਕਰਕੇ ਸਾਨੂੰ ਸਮਝ ਨਹੀਂ ਪੈ ਰਹੀ, ਤੇ ਮੇਰੇ ਖਿਆਲ 'ਚ ਵੀ ਸਾਨੂੰ ਕੁਝ ਵੀ ਸਮਝ ਨਹੀਂ ਆਉਣਾ। ਗੱਲ ਤੇ ਸਾਰੀ ਮਨ ਦੀ ਹੈ ਕਿ ਮਨ ਕਰਕੇ ਪ੍ਰੀਤ ਪਾਈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹ ਕਦੇ ਵੀ ਪਛਤਾਉਂਦਾ ਨਹੀਂ ਜਦੋਂ ਤੂੰ ਮਨ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਂਦਾ ਹੈ, ਮਨ ਕਰਕੇ ਪ੍ਰੀਤ ਪਾਉਂਦਾ ਹੈ। ਹੁਣ ਪਰਮਾਤਮਾ ਦੀ ਪ੍ਰੀਤ ਤੇ ਜਗਤ ਦੀ ਪ੍ਰੀਤ 'ਚ ਕੀ ਫਰਕ ਹੈ?
परमात्मा ਨਾਲ ਪ੍ਰੀਤ ਪਾਉਣੀ ਹੈ ਤੇ ਸਤਿਗੁਰੂ ਜੀ ਦੇ ਪਾਵਨ ਬਚਨ ਹੈ, ਗੰਢ ਪ੍ਰੀਤੀ ਮਿੱਠੇ ਬੋਲ। ਤੂੰ ਮਿੱਠਿਆਂ ਬੋਲਾਂ ਨਾਲ ਹੀ ਗੰਢ ਪਾ ਸਕਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਮਿੱਠ ਬੋਲੜੇ ਨੂੰ ਚਾਹੁੰਦਾ ਹੈ, ਉਹਦੇ ਅੰਦਰ ਮਿੱਠਤ ਹੈ ਔਰ ਮਿੱਠਤ ਹੀ ਸਦੀਵ ਰਹਿਣ ਵਾਲੀ ਹੋਵੇ। ਮਿੱਠਤ ਦੇ ਬੋਲ ਤੁਸੀਂ ਕਿਸੇ ਸੰਸਾਰੀ ਜੀਵ ਨਾਲ ਵੀ ਜੁੜਨਾ ਹੈ ਤੇ ਜਿੱਥੇ ਤੁਹਾਡੇ ਬੋਲ ਤੋਂ ਕਬੂਲ ਹੋ ਜਾਣ ਵਿਗਾੜ, ਉੱਥੇ ਪੈ ਜਾਂਦਾ ਹੈ। ਪਰ ਜਿੱਥੇ ਸਤਿਗੁਰੂ ਕਹਿੰਦੇ ਜਿੱਥੇ ਪ੍ਰੇਮ ਦੇ ਬੋਲ ਭਿੱਜ ਜਾਣ, ਜਿੱਥੇ ਮੋਹ ਪ੍ਰਤੀ ਬੋਲ ਭਿੱਜ ਜਾਣ, ਜਿੱਥੇ ਪ੍ਰੇਮ ਦੇ ਪ੍ਰੀਤ ਬਣ ਜਾਵੇ, ਉਹ ਪ੍ਰੀਤ ਤੇਰੀ ਪਰਮਾਤਮਾ ਨਾਲ ਨਿਭਣੀ ਆ। ਉਹ ਪ੍ਰੀਤ ਨੇ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਰੱਖਣਾ, ਵਰਨਾ ਦੁਨੀਆ ਤੇ ਤੇਰੇ ਜਿੰਨੇ ਵੀ ਨੇੜੇ ਨੇ, ਜਿੰਨੇ ਵੀ ਤੂੰ ਇਰਦ ਗਿਰਦ ਮੰਨਣਾ ਹੈ, ਜਿੰਨੇ ਵੀ ਸੰਸਾਰੀ ਜੀਵ ਆਪਣੇ ਨਾਲ ਜੋੜਦਾ ਹੈ, ਉਹ ਕੋਈ ਨਾਲ ਨਿਭਣ ਵਾਲੇ ਨਹੀਂ ਹੋ। ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹੈ ਕਿ ਤੇਰੀ ਪ੍ਰੀਤ ਪਰਮਾਤਮਾ ਨਾਲ ਕਿਸ ਤਰ੍ਹਾਂ ਦੀ ਹੋਵੇ। ਤੇ ਭਾਈ ਗੁਰਦਾਸ ਸਾਹਿਬ ਜੀ ਬੜੇ ਸੋਹਣੇ ਬਚਨ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦੀ ਹੋਵੇ ਜਿਵੇਂ ਮਾਂ ਦੀ ਬੱਚੇ ਨਾਲ। ਹੁਣ ਗੋਦ ਵਾਲਾ ਬੱਚਾ ਮਾਂ ਨੂੰ ਦੱਸਦਾ ਥੋੜ੍ਹਾ ਬੋਲ ਕੇ ਵੀ ਮੈਂ ਕੀ ਖਾਣਾ, ਮੈਂ ਕੀ ਪਹਿਨਣਾ। ਮਾਂ ਜਾਣਦੀ ਹੈ ਕਿ ਮੈਂ ਬੱਚੇ ਨੂੰ ਕੀ ਦੇਣਾ, ਮਾਂ ਜਾਣਦੀ ਹੈ ਕਿ ਮੈਂ ਬੱਚੇ ਨੂੰ ਕਿਹੜਾ ਪਹਿਨਣ ਨੂੰ ਕੱਪੜਾ ਦੇਣਾ। ਉਹ ਨਹੀਂ ਬੋਲ ਕੇ ਦੱਸਦਾ ਮਾਂ ਨੂੰ ਕਿ ਮੈਨੂੰ ਆਹ ਚਾਹੀਦਾ। ਹਾਲਾਂਕਿ ਮਾਂ ਦੇ ਜਿਹੜੇ ਸਿਆਣੇ ਪੁੱਤ, ਵੱਡੇ ਪੁੱਤ ਹੋਣ, ਉਹ ਤੇ ਸਮਝਦਾਰ ਨੇ, ਉਹ ਤੇ ਆਪ ਹੀ ਕਮਾ ਲੈਂਦੇ ਨੇ, ਆਪ ਹੀ ਖਾ ਲੈਂਦੇ ਨੇ। ਮਨ ਭਾਉਂਦਾ ਖਾ ਸਕਦੇ ਆ, ਮਨ ਭਾਉਂਦਾ ਪਹਿਨ ਸਕਦੇ ਆ, ਮਨ ਭਾਉਂਦਾ ਆਪਣਾ ਫਿਰ ਸਕਦੇ ਆ। ਪਰ ਜਿਹੜਾ ਗੋਦ 'ਚ ਹੈ, ਉਹਦੀਆਂ ਭਾਵਨਾ, ਉਹਦੇ ਸਾਰੇ ਬੋਲ, ਉਹ ਕੀ ਚਾਹੁੰਦਾ ਹੈ, ਇਹ ਮਾਂ ਹੀ ਜਾਣਦੀ ਹੈ। ਤੇਰੀ ਪ੍ਰੀਤ ਅਕਾਲ ਪੁਰਖ ਪਰਮਾਤਮਾ ਨਾਲ ਉਸ ਤਰ੍ਹਾਂ ਹੋਵੇ ਜਿਸ ਤਰ੍ਹਾਂ ਗੋਦ ਵਾਲੇ ਬੱਚੇ ਦੀ ਪ੍ਰੀਤ ਮਾਂ ਨਾਲ, ਜਿਸ ਤਰ੍ਹਾਂ ਮਾਂ ਦੀ ਪ੍ਰੀਤ ਉਸ ਬੱਚੇ ਨਾਲ। ਕਿਉਂਕਿ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਜੈਸੇ ਇੱਕ ਜਨਨੀ ਸੁਆਏ ਮਾਏ ਗ੍ਰਹਿ ਕਾਜ ਲਾਗਿਆ ਜਾਏ, ਸੁਨ ਸੁਤ ਰੁਦਨ ਪਿਆਵੈ ਮਨ ਮੋਦ ਕੋ। ਕਹਿਣ ਲੱਗੇ ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁਤ, ਸਭ ਹੀ ਮੈਂ ਅਦਕ ਪਿਆਰੋ ਸੁਤ ਗੋਦ ਕੋ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਜਨਨੀ ਦੇ ਕਿੰਨੇ ਵੀ ਪੁੱਤਰ ਹੋਣ ਹਾਂ, ਪਰ ਉਹ ਸਾਰਿਆਂ ਨੂੰ ਮੋਹ ਇੱਕੋ ਜਿਹਾ ਨਹੀਂ ਕਰਦੀ। ਉਹ ਸਭ ਤੋਂ ਜ਼ਿਆਦਾ ਮੋਹ ਪਿਆਰ ਭਿੱਜੇ ਬਚਨ ਕਰਦੀ ਹੈ ਤੇ ਗੋਦ ਵਾਲੇ ਨਾਲ ਕਰਦੀ ਹੈ। ਸਿਆਣੇ ਸੁਤ ਬਨ ਜੋ ਬਿਹਾਰ ਕੇ ਵਿਚਾਰ ਵਿਖੈ, ਗੋਦ ਮੈਂ ਅਚੇਤ ਹੇਤ ਸੰਭੈ ਨਾ ਸੁਹੋਦ ਕੋ। ਸਿਆਣੇ ਤੇ ਆਪਣੇ ਭਾਵਨਾ ਦੇ ਨਾਲ, ਆਪਣੀ ਮਨ ਦੀ ਇਕਾਗਰਤਾ ਦੇ ਨਾਲ ਜੋ ਵੀ ਮਰਜ਼ੀ ਖਰੀਦ ਸਕਦੇ ਨੇ, ਆਪਣਾ ਕਾਰ ਵਿਹਾਰ ਕਰਦੇ ਨੇ, ਉਹ ਖਰੀਦ ਸਕਦੇ ਨੇ। ਪਰ ਜਿਹੜਾ ਗੋਦ ਵਾਲਾ ਬੱਚਾ, ਉਹ ਹਮੇਸ਼ਾ ਮਾਂ 'ਤੇ ਡਿਪੈਂਡ ਹੈ ਔਰ ਮਾਂ ਦੀ ਬਿਰਤੀ ਉਹਦੇ ਵਿੱਚ ਰਹਿੰਦੀ ਹੈ। ਜਿਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਨੇ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨਾਲ ਮੋਹ ਕਰਦੀ ਹੈ, ਪ੍ਰੀਤ ਕਰਦੀ ਹੈ, ਗੁਰਸਿੱਖਾ ਸੇਵਕਾ ਪਿਆਰਿਆ, ਤੇਰੀ ਪ੍ਰੀਤ ਪਰਮਾਤਮਾ ਨਾਲ ਇਸ ਤਰ੍ਹਾਂ ਹੋਵੇ, ਤੇਰੀ ਨਿਭ ਜਾਵੇਗੀ। ਪ੍ਰੀਤ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬੜੀਆਂ ਉਦਾਹਰਨਾਂ ਦੇ ਕੇ ਸਮਝਾਈਆਂ ਨੇ। ਸਤਿਗੁਰੂ ਕਹਿੰਦੇ ਨੇ, ਇਹ ਮਨ ਹਰ ਜੀ ਤੇਰੇ ਨਾਲ ਹੈ, ਇਹ ਮਨ ਹਰ ਜੀਓ ਤੇਰੇ ਤੂੰ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਕਰ ਮਨ ਦੇ ਨਾਲ, ਤੇ ਫਿਰ ਮਨ ਦੇ ਨਾਲ ਪਰਮਾਤਮਾ ਦੀ ਪਈ ਹੋਈ ਪ੍ਰੀਤ ਸਦਾ ਨਿਭ ਜਾਵੇਗੀ। ਸਦਾ ਹੀ ਤੋੜ ਅਕਾਲ ਪੁਰਖ ਪਰਮਾਤਮਾ ਨਾਲ ਨਿਭੇਗੀ। ਕਿਉਂਕਿ ਪਰਮਾਤਮਾ ਦਾ ਸਹਾਰਾ ਡਿੱਗੇ ਹੋਏ ਮਨ ਨੂੰ ਥੰਮੇ ਦੇ ਕੇ ਗੁਰਬਾਣੀ ਵਾਂਗ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਫੈ ਮਨ ਆਏ। ਜਦੋਂ ਗੁਰਬਾਣੀ ਦਾ ਚਾਨਣ ਅਸੀਂ ਆਪਣੇ ਹਿਰਦੇ 'ਚ ਵਸਾਵਾਂਗੇ, ਸਮਝ ਸਕਾਂਗੇ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ। ਗੁਰਬਾਣੀ ਸੰਸਾਰ ਨਾਲ ਜੋੜ ਰਹੀ ਤੇ ਗੁਰਬਾਣੀ ਨਿਰੰਕਾਰ ਨਾਲ ਜੋੜ ਰਹੀ ਹੈ। ਇਹ ਗੱਲ ਸਾਨੂੰ ਗੁਰਬਾਣੀ ਨੇ ਦੱਸਣੀ ਹੈ, ਪ੍ਰੀਤ ਦੀ ਗੁਰਬਾਣੀ ਨੇ ਦੱਸਣੀ ਹੈ। ਵਰਨਾ ਜਦੋਂ ਗੁਰਬਾਣੀ ਸਮਝਾਂਗੇ, ਸੋਚਾਂਗੇ, ਵਿਚਾਰਾਂਗੇ, ਵਿਚਾਰ ਕੇ ਪੜ੍ਹਾਂਗੇ, ਤੇ ਹਮੇਸ਼ਾ ਹੀ ਸਾਨੂੰ ਇੱਕ ਮਾਰਗ ਦਰਸ਼ਨ ਮਿਲੇਗਾ। ਉਹ ਮਾਰਗ ਕਿਹੜਾ ਮਿਲੇਗਾ? ਜਿਹੜਾ ਪਰਮਾਤਮਾ ਦੇ ਦਰ ਨਾਲ ਜੋੜਨ ਵਾਲਾ ਹੋਵੇਗਾ। ਉਹ ਮਾਰਗ ਕਿਹੜਾ ਹੈ? ਜਿਹੜਾ ਦੇਖੋ ਨਾ, ਮਾਰਗ ਇੱਕ ਹੀ ਜੋੜਦਾ ਹੈ ਰੱਬ ਨਾਲ, ਉਹ ਗੁਰੂ ਦਾ ਸ਼ਬਦ ਹੈ। ਜਦੋਂ ਸੋਝੀ ਸਮਝ ਵਿਚਾਰ 'ਚ ਆ ਜਾਏਗੀ, ਵਰਨਾ ਸਭ ਰਸਤੇ ਤੋੜਦੇ ਨੇ। ਤੁਸੀਂ ਗੁਰੂ ਘਰ ਤੋਂ ਬਾਹਰ ਜਾਓ, ਸਾਨੂੰ ਸਾਰੇ ਰਸਤੇ ਤੋੜਨ ਵਾਲੇ ਮਿਲਣਗੇ। ਪਰ ਜਦੋਂ ਅਸੀਂ ਗੁਰੂ ਘਰ ਜੁੜਾਂਗੇ, ਸਾਨੂੰ ਗੁਰੂ ਸ਼ਬਦ ਦੀ ਵਿਚਾਰ ਆਵੇਗੀ, ਗੁਰੂ ਸ਼ਬਦ ਦੀ ਸੋਝੀ ਆਵੇਗੀ, ਫਿਰ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨਾਲ ਜੁੜਾਂਗੇ। ਫਿਰ ਸਾਡੀ ਪ੍ਰੀਤ ਜਿਹੜੀ ਆ ਉਸ ਪਰਮਾਤਮਾ ਦੇ ਨਾਲ ਨਿਭ ਜਾਵੇਗੀ।
ਫਿਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਆਸਰਾ ਬਣ ਕੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਜਗਤ ਦੀ ਪ੍ਰੀਤ ਝੂਠੀ ਹੈ, ਸੱਚੀ ਪ੍ਰੀਤ ਪਰਮਾਤਮਾ ਦੀ ਹੈ। ਅਤੇ ਜਿਨ੍ਹਾਂ ਨੇ ਪਾਈ ਹੈ ਪ੍ਰੀਤ ਪਰਮਾਤਮਾ ਨਾਲ, ਅਸੀਂ ਪੜ੍ਹੀਏ ਹਾਂ ਉਹਨਾਂ ਦਾ ਜੀਵਨ, ਚਾਹੇ ਸਾਨੂੰ ਸਿੱਖ ਇਤਿਹਾਸ ਤੋਂ, ਕੌਮੀ ਇਤਿਹਾਸ ਤੋਂ, ਗੁਰ ਇਤਿਹਾਸ ਤੋਂ ਸਾਨੂੰ ਅਨੇਕਾਂ ਘਟਨਾਵਾਂ ਮਿਲਦੀਆਂ ਨੇ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੀਤ ਪਾਈ ਹੈ, ਉਹਨਾਂ ਦੇ ਤਨ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ। ਉਹਨਾਂ ਦੇ ਤਨ ਕੱਟੇ ਗਏ, ਖੋਪਰ ਲੁਹਾਏ ਗਏ, ਬੰਦ ਕਟਵਾ ਦਿੱਤੇ, ਪਰ ਉਹਨਾਂ ਦੀ ਪ੍ਰੀਤ ਸੀ ਨਾ ਪਰਮਾਤਮਾ ਨਾਲ, ਉਹਨਾਂ ਦੀ ਪ੍ਰੀਤ ਅਕਾਲ ਪੁਰਖ ਪਰਮਾਤਮਾ ਨਾਲ ਸੀ ਨਾ, ਉਹਨਾਂ ਦੀ ਪ੍ਰੀਤ ਨਿਭ ਗਈ ਹੈ ਨਾ। ਕਈ ਬੰਦ ਵੀ ਕੱਟੇ ਗਏ ਨੇ ਅਤੇ ਉਹਨਾਂ ਦੇ ਮੁਖ 'ਚੋਂ ਇਹੀ ਨਿਕਲਿਆ ਕਿ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦਾ ਵਾਕ ਉਹਨਾਂ ਦੇ ਮੁਖ 'ਚੋਂ ਇਹੀ ਬੁਲੰਦ ਹੁੰਦੇ ਸਨ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਕਹਿੰਦੇ ਪਰਮਾਤਮਾ ਤੇਰੇ ਨਾਲ ਹੀ ਨਿਭ ਗਈ ਹੈ। ਅਤੇ ਉਹ ਭਾਵੇਂ ਬੰਦ ਕੱਟੇ ਜਾ ਰਹੇ ਸਨ, ਸਰੀਰ ਆਰਿਆਂ ਨਾਲ ਦੋ ਫਾੜ ਕੀਤੇ ਜਾ ਰਹੇ ਸਨ, ਖੋਪੜ ਉਤਰਵਾਰੇ ਜਾ ਰਹੇ ਸਨ, ਪਰ ਉਹਨਾਂ ਦੀ ਪ੍ਰੀਤ ਉਸ ਪਰਮਾਤਮਾ ਦੇ ਨਾਲ ਹੀ ਨਿਭੀ। ਉਸ ਪਰਮਾਤਮਾ ਦੇ ਨਾਲ ਹਮੇਸ਼ਾ ਵਾਸਤੇ ਆਪਣੀ ਪ੍ਰੀਤ ਨੂੰ ਪਰਮਾਤਮਾ ਦੇ ਨਾਲ ਸੰਗ ਜੋੜ ਕੇ ਨਿਭਾ ਕੇ ਗਏ। ਅਸੀਂ ਉਹਨਾਂ ਦੇ ਜੀਵਨ ਪੜ੍ਹੀਏ, ਅਸੀਂ ਉਹਨਾਂ ਦਾ ਜੀਵਨ ਪੜ੍ਹੀਏ ਜਿਨ੍ਹਾਂ ਦੀ ਪ੍ਰੀਤ ਪਰਮਾਤਮਾ ਨਾਲ ਨਿਭੀ ਹੈ। ਅਸੀਂ ਜਗਤ ਦੀ ਪ੍ਰੀਤ ਨਾਲ ਮਨੁੱਖ ਕਦੇ ਪਾਰ ਉਤਾਰਾ ਨਹੀਂ ਹੋ ਸਕਿਆ। ਸਤਿਗੁਰੂ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸਿਉ ਸੁਖ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਹਿੰਦੇ ਇਹ ਆਪਣੇ ਸੁੱਖ ਕਰਕੇ ਹੀ ਤੇਰੇ ਨਾਲ ਹੀ ਹੋ, ਵਰਨਾ ਜੇ ਤੇਰੇ ਕੋਲੋਂ ਕੋਈ ਸੁੱਖ ਨਾ ਹੋਵੇ ਤੇ ਭਾਵੇਂ ਤੇਰੀ ਇਸਤਰੀ ਹੋਵੇ, ਭਾਵੇਂ ਤੇਰਾ ਪੁੱਤਰ ਹੋਵੇ, ਭਾਵੇਂ ਤੇਰੀ ਧੀ ਹੋਵੇ, ਸੰਸਾਰ ਦੇ ਲੋਕ ਲਾਗੇ ਨਹੀਂ ਲੱਗਦੇ। ਇੱਕ ਤੇਰੇ ਸੁੱਖ ਨੂੰ, ਇੱਕ ਤੇਰੇ ਕੋਲੋਂ ਉਹਨਾਂ ਨੂੰ ਜਿਹੜਾ ਸਵਾਰਥ ਹੈ ਉਹ ਪੂਰਾ ਹੋ ਜਾਵੇ, ਦੁਨੀਆ ਦੇ ਲੋਕ ਹਮੇਸ਼ਾ ਵਾਸਤੇ ਦੂਰ ਹੋ ਜਾਂਦੇ ਨੇ। ਕਿਉਂਕਿ ਸਾਡੇ ਕਥਨ ਹੈ ਵੀ ਜਿਸ ਵੇਲੇ ਮੰਨ ਲਓ ਜਿਸ ਜੀਵ ਨੇ ਘਰ ਦੇ ਵਿੱਚ ਲੰਮਾ ਸਮਾਂ ਗੁਜ਼ਾਰਿਆ ਹੋਵੇ ਤੇ ਭਾਣਾ ਵਰਤ ਜਾਵੇ, ਉਹ ਸੰਸਾਰ ਤੋਂ ਚਲੇ ਜਾਵੇ, ਹਾਂ, ਤੇ ਕਿੰਨਾ ਕੁ ਵਕਤ ਘਰ ਦੇ ਉਡੀਕਦੇ ਹੋ। ਇਹੀ ਪ੍ਰੀਤ ਹੈ ਨਾ ਕਿ ਉਸ ਵਕਤ ਤੁਹਾਡੀ ਘਰਵਾਲੀ, ਤੁਹਾਡੇ ਧੀਆਂ ਪੁੱਤਰ, ਤੁਹਾਡੇ ਸਾਕ ਸੰਬੰਧੀ ਭੈਣ ਭਰਾ ਸਾਰੇ ਇਹੋ ਹੀ ਕਹਿੰਦੇ ਆ ਕਿ ਕਿੰਨਾ ਕੁ ਸਮਾਂ, ਸੰਸਕਾਰ ਕਦੋਂ ਕਰਨਾ। ਇਹੋ ਜਿਹੀਆਂ ਗੱਲਾਂ 'ਤੇ ਅਸੀਂ ਉੱਤਰ ਆਉਂਦੇ ਹਾਂ ਕਿਉਂਕਿ ਹਮੇਸ਼ਾ ਵਾਸਤੇ ਇਹ ਪਤਾ ਹੈ ਵੀ ਇਹਨਾਂ ਨਾਲ ਪ੍ਰੀਤ ਸਾਡੀ ਸਦਾ ਨਹੀਂ ਨਿਭਣੀ, ਸਦਾ ਵੀ ਨਹੀਂ ਨਿਭਣੀ। ਮੈਨੂੰ ਇੱਕ ਬੜੀ ਪਿਆਰੇ ਬਚਨ ਯਾਦ ਆਏ। ਕੋਈ ਰੱਬ ਨੂੰ ਮੰਨਣ ਵਾਲਾ, ਇਬਾਦਤ ਕਰਨ ਵਾਲਾ, ਭਗਤੀ ਕਰਨ ਵਾਲਾ ਸਾਧੂ ਬੈਠਾ ਸੀ। ਉਹਦੇ ਕੋਲੋਂ ਇੱਕ ਉਹਦਾ ਚੇਲਾ ਚਲੇ ਗਿਆ। ਉਹ ਕਹਿੰਦਾ ਜੀ ਮੈਂ ਘਰ ਜਾਵਾਂ ਥੋੜ੍ਹੇ ਦਿਨ ਵਾਸਤੇ। ਕਹਿਣ ਲੱਗਾ ਤੁਸੀਂ ਘਰ ਕੀ ਕਰਨ ਜਾਣਾ, ਇੱਥੇ ਰੱਬ ਦੀ ਇਬਾਦਤ ਕਰੋ, ਪਰਮਾਤਮਾ ਦਾ ਨਾਮ ਸਿਮਰੋ। ਜਿਹੜਾ ਨਾਲ ਜਾਂਦਾ ਉਹ ਭਗਤ, ਜਿਹੜਾ ਰੱਬ ਨੂੰ ਮੰਨਣ ਵਾਲਾ, ਰੱਬ ਦਾ ਜਗਿਆਸੂ ਸੀ, ਰੱਬ ਦੀ ਇਬਾਦਤ ਕਰਨ ਵਾਲਾ ਸਾਧੂ ਜੀ ਸਨ। ਉਹਨਾਂ ਨੇ ਕਿਹਾ ਵੀ ਤੂੰ ਘਰ ਕੀ ਕਰਨ ਜਾਣਾ। ਉਹ ਕਹਿੰਦਾ ਨਹੀਂ ਜੀ ਮੈਂ, ਪਰਿਵਾਰ ਦਾ ਮੋਹ ਮੇਰੇ ਅੰਦਰ ਹੈ, ਮੇਰੇ ਮਾਤਾ ਪਿਤਾ ਨੇ, ਮੇਰੇ ਭੈਣ ਭਰਾ ਨੇ, ਸਾਕ ਸੰਬੰਧੀ ਨੇ, 2-4 ਦਿਨ ਲਈ ਮੈਂ ਮਿਲ ਆਉਣਾ। ਉਹਨੇ ਕਿਹਾ ਉਹ ਤੇਰੇ ਨੇ? ਉਹਨੇ ਕਿਹਾ ਹਾਂ ਮੇਰੇ ਨੇ। ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰੀ, ਥੋੜ੍ਹਾ ਜਿਹਾ ਆਪਣੇ ਨੂੰ, ਉਹਨੇ ਦੱਸਿਆ ਵੀ ਇਸ ਤਰ੍ਹਾਂ ਸਵਾਸ ਚੜ੍ਹਾ ਕੇ ਨਾ ਇੱਕ ਘੇਸ ਜੀ ਮਾਰ ਜਾਵੀਂ, ਫਿਰ ਪਤਾ ਲੱਗੇਗਾ ਵੀ ਇਹ ਤੇਰੇ ਨੇ ਜਾਂ ਮੇਰੇ ਨੇ। ਉਹ ਇਸ ਤਰ੍ਹਾਂ ਹੀ ਹੋਇਆ। ਉਹਨੇ ਜਾ ਕੇ ਦੱਸਿਆ ਵੀ ਮੇਰੇ 'ਤੇ ਬਿਪਤਾ ਹੈ ਅਤੇ ਮੇਰਾ ਟਾਈਮ ਥੋੜ੍ਹਾ, ਮੈਂ ਸੰਸਾਰ ਤੋਂ ਚਲੇ ਜਾਣਾ। ਜਦੋਂ ਜਾਣ ਦੀ ਗੱਲ ਆਈ ਤਾਂ ਸਾਰੇ ਹੀ ਦੁਖੀ ਹੋਏ। ਉਹ ਦੱਸੀ ਹੋਈ ਤਰਤੀਬ ਵਾਂਝੂ ਉਹਨੇ ਜਦੋਂ ਸਵਾਸ ਚੜ੍ਹਾਏ ਤੇ ਸਾਰੇ ਕਹਿਣ ਲੱਗੇ ਵੀ ਉਹ ਸੰਸਾਰ ਤੋਂ ਚਲੇ ਗਏ, ਇਹਦੇ ਲਾਗੇ ਕੌਣ ਟਿਕੇਗਾ। ਸਾਧੂ ਜਨ ਗਏ। ਉਹਨਾਂ ਨੇ ਕਿਹਾ ਇੱਕ ਪਾਣੀ ਦਾ ਬਾਟਾ ਫੜਾਓ। ਉਹਦੇ ਵਿੱਚ ਉਹਨਾਂ ਨੇ ਕੁਝ ਆਪਣੇ ਪਤਾਸੇ ਪਾ ਦਿੱਤੇ। ਪੜ੍ਹ ਕੇ ਪਾਠ 'ਚ ਕਿਹਾ ਵੀ ਇਹ ਜਿਹੜਾ ਛਕੇਗਾ ਨਾ ਉਹੀ ਜਿੰਦਾ ਰਹਿ ਸਕਦਾ, ਵਰਨਾ ਜਿਹੜਾ ਪੀਵੇਗਾ ਉਹ ਮਰ ਜਾਵੇਗਾ। ਇਹ ਜੀ ਸਕਦਾ, ਇਹ ਬੱਚਾ ਤੁਹਾਡਾ ਜੀ ਸਕਦਾ। ਪਰ ਉੱਥੇ ਕੋਈ ਵੀ ਨਾ ਇਹ ਗੱਲ ਨੂੰ ਮੰਨਣ ਨੂੰ ਤਿਆਰ ਹੋਏ। ਕਹਿਣ ਲੱਗੇ ਜੀ ਇਹਦੀ ਤਾਂ ਇੰਨੀ ਕੁ ਲਿਖੀ ਸੀ, ਇਹ ਚਲੇ ਗਿਆ, ਹੁਣ ਸਾਡੀ ਜਿੰਨੀ ਲਿਖੀ ਹੋਊਗੀ ਅਸੀਂ ਭੋਗ ਲਾਂਗੇ। ਪਰ ਜਦੋਂ ਉਹ ਸਾਧੂ ਕਹਿੰਦਾ ਕਿ ਮੈਂ ਇਹ ਜਲ ਛਕ ਲਵਾਂ, ਜੇ ਮੈਂ ਛਕ ਲਵਾਂ ਤੇ ਮੈਂ ਸੰਸਾਰ ਤੋਂ ਚਲੇ ਜਾਵਾਂਗਾ ਤੇ ਬੱਚਾ ਜੀ, ਹਾਂ ਕਹਿੰਦੇ ਤੁਸੀਂ ਛਕ ਲਓ, ਤੁਹਾਡੇ ਛਕਿਆ ਨਹੀਂ ਕੋਈ ਗੱਲ ਹੁੰਦੀ। ਜਦੋਂ ਉਹਨੇ ਛਕ ਲਿਆ ਤੇ ਹੋਣਾ ਕੀ ਸੀ, ਇੱਕ ਪਰਖੇ ਸੀ
ਇੱਕ ਸਮਝਾਉਣ ਵਾਸਤੇ ਇਹ ਸਾਖੀ ਸੀ ਵੀ ਸੰਸਾਰ ਦੀ ਪ੍ਰੀਤ ਮਿੱਤਰਾ ਇੰਨੀ ਕੀ ਹੈ ਕਿ ਤੇਰੇ ਨਾਲ ਜਾਣ ਵਾਸਤੇ ਤੇਰੇ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਜਿਨ੍ਹਾਂ ਨੂੰ ਆਪਣੇ ਮੰਨਦਾ ਸੀ ਨਾ, ਉਹ ਵੀ ਨਹੀਂ ਚੱਲ ਸਕੇ। ਉਹ ਵੀ ਸਦਾ ਵਾਸਤੇ ਹੀ ਨਹੀਂ, ਉਹਨਾਂ ਵੀ ਕਿਹਾ ਵੀ ਬਾਬਾ ਜੀ ਅਸੀਂ ਨਹੀਂ ਜਾਣਾ। ਤੇ ਕਹਿਣ ਲੱਗਾ ਮਿੱਤਰਾ, ਕਹਿੰਦਾ ਬਾਬਾ ਜੀ ਚਲੋ ਮੈਂ ਤੁਹਾਡੇ ਨਾਲ ਹੀ ਚਲਾਉਂਦਾ। ਇਹ ਇੱਕ ਸਮਝਾਉਣ ਵਾਸਤੇ ਸਾਨੂੰ ਇੱਕ ਸਾਖੀ ਦਿੱਤੀ ਗਈ ਹੈ ਵੀ ਮਿੱਤਰਾ ਇਸ ਦੁਨੀਆ ਤੇ ਤੂੰ ਇਕੱਲਾ ਹੀ ਆਇਆ ਤੇ ਜਾਣਾ ਵੀ ਇਕੱਲੇ ਨਹੀਂ ਹੈ। ਤੇਰੇ ਨਾਲ ਨਾ ਕੋਈ ਆਇਆ ਤੇ ਨਾ ਤੇਰੇ ਨਾਲ ਕੋਈ ਜਾਣਾ ਹੈ। ਹਾਂ, ਇਸ ਧਰਤੀ ਤੇ ਜਿਹੜੇ ਤੂੰ ਕਰਮ ਕਮਾ ਕੇ ਜਾਵੇਂਗਾ ਨਾ, ਜਿਹੜਾ ਤੂੰ ਬੀਜ ਬੋ ਕੇ ਜਾਵੇਂਗਾ, ਉਹ ਤੇਰੇ ਨਾਲ ਜ਼ਰੂਰ ਜਾਣੇ। ਉਹ ਤੇਰੇ ਤੋਂ ਬਾਅਦ ਵੀ ਜਦੋਂ ਕੋਈ ਚੰਗੇ ਕਰਮ ਕਰਕੇ ਸੰਸਾਰ ਤੇ ਜਾਂਦਾ ਹੈ, ਸਮਾਜ ਦੇ ਲੋਕਾਂ ਨੂੰ ਕੋਈ ਚੰਗੀ ਸੇਧ ਦੇ ਕੇ ਜਾਂਦਾ ਹੈ ਨਾ, ਤੇ ਸੰਸਾਰ ਦੇ ਲੋਕ ਉਹਦੇ ਜਾਣ ਤੋਂ ਬਾਅਦ ਵੀ ਉਹਦੀਆਂ ਸਾਧ ਸੰਗਤ ਜੀ ਗੱਲਾਂ ਕਰਦੇ ਨੇ, ਹਮੇਸ਼ਾ ਵਾਸਤੇ ਕਰਦੇ ਨੇ ਕਿ ਉਹ ਸਮਾਜ ਨੂੰ ਚੰਗੀ ਸੇਧ ਦੇ ਕੇ ਗਿਆ। ਤੇ ਸਤਿਗੁਰੂ ਕਹਿੰਦੇ ਤੂੰ ਜੀਵਨ ਤੇ ਤੈਨੂੰ ਇੱਕ ਵਾਰ ਹੀ ਮਿਲਿਆ, ਜੀਵਨ ਤੇ ਬਾਰ-ਬਾਰ ਨਹੀਂ ਮਿਲਣਾ। ਪਰ ਇਹ ਗੱਲ ਹੈ ਵੀ ਜਿਹੜਾ ਜੀਵਨ ਮਿਲਿਆ ਨਾ, ਉਹ ਹਮੇਸ਼ਾ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਮਰਪਣ ਕਰ। ਉਸ ਪਰਮਾਤਮਾ ਦੀ ਭਾਣੇ ਅੰਦਰ, ਪਰਮਾਤਮਾ ਦੀ ਰਜ਼ਾ ਅੰਦਰ ਰਹਿ ਕੇ ਜੀਵਨ ਨੂੰ ਗੁਜ਼ਾਰ। ਜਿਸ ਤਰ੍ਹਾਂ ਤੈਨੂੰ ਗੁਰੂ ਸਾਹਿਬ ਪਾਵਨ ਬਚਨ ਕਰਦੇ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਕਿ ਆਪਣੇ ਹਿਰਦੇ ਘਰ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਵਸਾ, ਉਸ ਪਰਮਾਤਮਾ ਦੀ ਜੋਤ ਨੂੰ ਵਸਾ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਉਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸਤਿਗੁਰੂ ਕਹਿਣ ਲੱਗੇ ਉਸ ਸੇਵਕ ਦੇ ਕਾਰਜ ਰਾਸ ਹੁੰਦੇ ਨੇ ਜਿਹੜਾ ਮਨ ਕਰਕੇ ਅਕਾਲ ਪੁਰਖ ਪਰਮਾਤਮਾ ਨੂੰ ਧਿਆਵੇ। ਕਿਉਂਕਿ ਜਿਹੜਾ ਜੋ ਗੁਰ ਕਹਿ ਸੋਈ ਭਲ ਮਾਨੋ, ਜਿਹੜਾ ਗੁਰੂ ਦੇ ਭਾਣੇ ਅੰਦਰ, ਗੁਰੂ ਦੀ ਰਜ਼ਾ ਅੰਦਰ, ਗੁਰੂ ਦੇ ਭਾਣੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ, ਤੂੰ ਉਸ ਪਰਮਾਤਮਾ ਦੀ ਇਬਾਦਤ ਕਰਿਆ ਕਰ, ਉਸ ਪਰਮਾਤਮਾ ਨਾਲ ਜੁੜਿਆ ਕਰ। ਉਸ ਪਰਮਾਤਮਾ ਦੀ ਪ੍ਰੀਤ ਸਦਾ ਤੇਰੇ ਨਾਲ ਨਿਭ ਜਾਵੇਗੀ, ਸਦਾ ਤੇਰੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਬਣ ਆਵੇਗੀ ਜਦੋਂ ਤੂੰ ਆਪਾ ਭਾਵ ਮਨ ਪਰਮਾਤਮਾ ਨੂੰ ਸਮਰਪਣ ਕਰ ਦਿੱਤਾ। ਸਤਿਗੁਰੂ ਕਹਿੰਦੇ ਮਨ ਵੇਚੈ ਸਤਿਗੁਰ ਕੇ ਪਾਸ। ਜਦੋਂ ਤੂੰ ਮਨ ਨੂੰ ਪਰਮਾਤਮਾ ਦੇ ਸਮਰਪਣ ਕਰ ਦਿੱਤਾ ਤੇ ਸੇਵਕ ਕੇ ਕਾਰਜ ਰਾਸ, ਕਹਿਣ ਲੱਗੇ ਉਸ ਕਾਰਜ ਸੇਵਕ ਦੇ ਰਾਸ ਹੋ ਜਾਣਗੇ। ਸਤਿਗੁਰੂ ਤੇਰੇ ਸਾਰੇ ਹੀ ਕਾਰਜ ਪਰਮਾਤਮਾ ਆਪ ਰਸ ਕਰ ਦੇਵੇਗਾ, ਕੋਈ ਵੀ ਰਹਿਣ ਨਹੀਂ ਦੇਵੇਗਾ। ਕਿਉਂਕਿ ਤੈਨੂੰ ਇਹ ਸੋਝੀ, ਇਹ ਸਮਝ, ਇਹ ਵਿਚਾਰ ਉਦੋਂ ਹੀ ਆਵੇਗੀ ਜਦੋਂ ਤੇਰੇ ਅੰਦਰ ਪਾਵਨ ਸ਼ਬਦ ਦਾ ਪ੍ਰਕਾਸ਼ ਹੋ ਜਾਵੇਗਾ, ਪਾਵਨ ਸ਼ਬਦ ਦੇ ਚਾਨਣਾ ਹੋ ਜਾਵੇਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਇਹ ਸੱਚਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸੰਸਾਰ ਦੀ ਪ੍ਰੀਤ ਕਦੇ ਵੀ ਨਾਲ ਨਿਭਣ ਵਾਲੀ ਨਹੀਂ। ਜੇ ਨਾਲ ਨਿਭਣ ਵਾਲੀ ਪ੍ਰੀਤ ਹੈ ਤੇ ਉਹ ਪਰਮਾਤਮਾ ਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਜਿਹਨੂੰ ਸਿਮਰਿਆ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਪਰਮਾਤਮਾ ਦੇ ਤੇਰੇ ਮਾਤਾ ਪਿੱਤਰ ਭੈਣ ਭਰਾ ਸਾਕ ਸੰਬੰਧੀ ਕੋਈ ਸਾਥ ਨਾ ਦੇਵੇ, ਪਰਮਾਤਮਾ ਉੱਥੇ ਵੀ ਖੜਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸਤਿਗੁਰੂ ਦੂਸਰੀ ਉਦਾਹਰਨ ਬਚਨ ਕਰਦੇ ਨੇ, ਜਹ ਮੁਸ਼ਕਿਲ ਹੋਵੇ ਅਤ ਭਾਰੀ। ਤੇਰੇ ਤੇ ਮੁਸ਼ਕਿਲ ਬਣ ਜਾਵੇ ਹਾਂ, ਤੇਰੇ ਤੇ ਬਿਪਤਾ ਬਣ ਜਾਵੇ ਹਾਂ, ਤੇਰਾ ਸਾਥ ਛੱਡ ਜਾਂਦੇ ਨੇ ਤੇਰੇ ਲੋਕ ਖੜੇ ਰਹਿਣ ਵਾਲੇ। ਜਹ ਮੁਸ਼ਕਿਲ ਹੋਵੇ ਅਤ ਭਾਰੀ, ਜਾ ਕੋ ਮੁਸ਼ਕਿਲ ਅਤ ਬਣੈ, ਢੋਈ ਕੋਏ ਨਾ ਦੇ। ਤੈਨੂੰ ਕੋਈ ਢੋਈ ਦੇਣ ਵਾਲਾ ਨਹੀਂ, ਕੋਈ ਸਹਾਰਾ ਦੇਣ ਵਾਲਾ ਨਹੀਂ। ਜਾ ਕੋ ਮੁਸ਼ਕਿਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਵੀ ਭੱਜ ਖਲੇ, ਸਭੋ ਭਜੈ ਆਸਰਾ। ਜਿਨ੍ਹਾਂ ਨੂੰ ਤੂੰ ਆਸਰਾ ਮੰਨ ਕੇ ਬੈਠਾ ਸਭ ਭੱਜ ਗਏ। ਸਭੈ ਭਜੋ ਆਸਰਾ, ਚੂਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ। ਤਾਂ ਲੱਗਿਆ ਨਾ ਤੱਤੀ ਵਾਓ। ਜਦੋਂ ਤੈਨੂੰ ਪਰਮਾਤਮਾ ਚੇਤੇ ਆ ਗਿਆ ਤੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਤੈਨੂੰ ਤੱਤੀ ਹਵਾ ਨਹੀਂ ਲੱਗਣ ਦਿੰਦਾ ਰੱਬ। ਜਹ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਠਿਨ ਮਾਹੇ ਉਧਾਰੀ। ਕਹਿਣ ਲੱਗੇ ਜਦੋਂ ਪਰਮਾਤਮਾ ਦਾ ਨਾਮ ਤੂੰ ਹਿਰਦੇ 'ਚ ਵਸਾ ਲਿਆ ਨਾ, ਤੇ ਫਿਰ ਤੇਰੇ ਤੇ ਮੁਸ਼ਕਿਲ ਵਾਲਾ, ਬਿਪਤਾ ਵਾਲਾ ਪਹਾੜ ਕਿਉਂ ਨਾ ਟੁੱਟ ਜਾਵੇ,
ਉਹ ਪਰਮਾਤਮਾ ਖਿਨ ਮਾਤਰ ਚੋਂ ਵਿਸਾਰ ਦਿੱਤਾ, ਖਿਨ ਮਾਤਰ ਚੋਂ ਮੁਕਤ ਕਰ ਦੇਵੇਗਾ। ਤੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਨਾਲ ਉਹਦੀ ਇਬਾਦਤ ਕਰ, ਜਿਹੜਾ ਮੁਸ਼ਕਿਲਾਂ ਭਰਿਆਂ ਦੇ ਸਮੇਂ 'ਚ, ਜਿਹੜਾ ਸਾਖ ਸੰਬੰਧੀ ਭੱਜ ਜਾਣ, ਜਦੋਂ ਤੇਰੇ ਤੇ ਵਿਪਤਾ ਬਣੇ ਤੇ ਕੋਈ ਸਾਥ ਨਹੀਂ ਉਹ ਦਿੰਦਾ, ਰੱਬ ਹਮੇਸ਼ਾ ਸਾਥ ਦਿੰਦਾ। ਰੱਬ ਦਾ ਨਾਮ ਹਮੇਸ਼ਾ ਸਾਥ ਦਿੰਦਾ। ਰੱਬ ਜਿਹਦੇ ਨਾਲ ਖੜਾ ਹੋਇਆ ਉਹਦੇ ਨਾਲ ਖੜਾ ਹੋਇਆ, ਉਹਨੇ ਜਿਹਨੇ ਇਬਾਦਤ ਕੀਤੀ ਹੈ, ਜਿਹਨੇ ਸੱਚੇ ਦਿਲੋਂ ਇਬਾਦਤ ਕੀਤੀ ਹੈ, ਜਿਹਨੇ ਸੰਸਾਰ ਦੀ ਪ੍ਰੀਤ ਨਾਲੋਂ ਨਿਰੰਕਾਰ ਦੀ ਪ੍ਰੀਤ ਨੂੰ ਤਰਜੀਹ ਪਹਿਲ ਦਿੱਤੀ ਹੈ। ਸਤਿਗੁਰੂ ਕਹਿੰਦੇ ਨੇ ਤੂੰ ਉਸ ਦਾ ਸਹਾਰਾ, ਉਸ ਦਾ ਨਾਮ ਜਪ, ਜਿਹਨੇ ਤੈਨੂੰ ਸੰਸਾਰ ਦੇ ਸਾਰੇ ਸੁੱਖ, ਜੀਵਨ ਵੀ ਉਸ ਪਰਮਾਤਮਾ ਨੇ ਦਿੱਤਾ। ਤੂੰ ਕਿਹੜਾ ਮੰਗ ਕੇ ਲਿਆ? ਤੈਨੂੰ ਸਭ ਕੁਝ ਅਕਾਲ ਪੁਰਖ ਪਰਮਾਤਮਾ ਨੇ ਦਿੱਤਾ ਨਾ ਸੰਸਾਰ ਤੇ ਆਉਣ ਵਾਸਤੇ। ਫਿਰ ਇਬਾਦਤ ਵੀ ਉਸ ਦੀ ਪਰਮਾਤਮਾ ਦੀ ਕਰ, ਬੰਦਗੀ ਵੀ ਉਸ ਅਕਾਲ ਪੁਰਖ ਪਰਮਾਤਮਾ ਦੀ ਕਰ। ਸਤਿਗੁਰੂ ਇਹ ਸਮਝਾਉਂਦੇ ਨੇ ਕਿ ਨਾਮ ਤੁਲ ਕਛ ਅਵਰ ਨਾ ਹੋਏ। ਜੇ ਪਰਮਾਤਮਾ ਦੀ ਇਬਾਦਤ ਕਰਨੀ ਹੈ, ਚੇਤੇ ਕਰਨਾ ਹੈ, ਤੇ ਉਹਦੀ ਬਰਾਬਰਤਾ, ਉਹਦੇ ਤੁਲ, ਉਹਦਾ ਸਮਾਨਤਾ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਸਿਰਫ ਉਹੀ ਰੱਬ ਹੈ। ਜਿਹਨੂੰ ਚਿੱਤ 'ਚ ਵਸਾਇਆ ਸਦਾ ਹੀ ਉਹਦਾ ਹੋ, ਉਹਨੂੰ ਆਪਣੇ ਹਿਰਦੇ ਘਰ 'ਚ ਵਸਾ ਤੇ ਆਪਣਾ ਜੀਵਨ ਉਸ ਦੇ ਨਿਰਵਾਹ 'ਤੇ ਚੱਲੇ। ਜਦੋਂ ਉਹਦੇ ਨਿਰਵਾਹ 'ਤੇ ਚੱਲੇਗਾ, ਉਹਦੇ ਦੱਸੇ ਹੋਏ ਮਾਰਗ 'ਤੇ ਚੱਲੇਗਾ, ਤੇ ਫਿਰ ਦੁਨੀਆ ਨਾਲੋਂ ਪ੍ਰੀਤ ਜਿਹੜੀ ਆ ਉਹ ਟੁੱਟ ਜਾਵੇਗੀ, ਸੰਸਾਰ ਨਾਲ ਜੁੜ ਜਾਵੇਗੀ। ਸੰਸਾਰ ਦੀ ਪ੍ਰੀਤ ਮੈਂ ਬਿਨੇ ਕਰਾਂ, ਸੰਸਾਰੀ ਪ੍ਰੀਤ ਬੜੀ ਭਰਮਾਂ 'ਚ, ਵਹਿਮਾਂ 'ਚ, ਕਰਮ ਕਾਂਡਾਂ 'ਚ ਡੁੱਬ ਚੁੱਕੀ ਹੈ। ਪਰ ਸਾਨੂੰ ਸਾਡੇ ਗੁਰੂ ਨੇ ਵਹਿਮਾਂ 'ਚੋਂ, ਭਰਮਾਂ 'ਚੋਂ, ਕਰਮ ਕਾਂਡਾਂ 'ਚੋਂ ਕੱਢ ਕੇ ਅਕਾਲ ਪੁਰਖ ਪਰਮਾਤਮਾ ਨਾਲ ਜੋੜਿਆ। ਗੁਰੂ ਸਾਹਿਬ ਦੀ ਬਾਣੀ, ਪਾਵਨ ਪਵਿੱਤਰ ਗੁਰਬਾਣੀ, 1430 ਅੰਗ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਨੇ। ਤੇ ਸਤਿਗੁਰੂ ਆਪਣੀ ਬਾਣੀ ਦੇ ਵਿੱਚੋਂ ਭਰਮਾਂ ਦਾ ਖੰਡਨ ਕਰਦੇ ਆ। ਪਰ ਅਸੀਂ ਹਰ ਚੀਜ਼ 'ਤੇ ਭਰਮ ਪਾਲ ਕੇ ਬੈਠੇ ਹਾਂ। ਅਸੀਂ ਵਾਰਾਂ 'ਤੇ ਭਰਮ ਪਾਲ ਲਏ, ਚਿੱਤਾਂ 'ਤੇ ਪਾਲ ਲਏ, ਰੁੱਤਾਂ 'ਤੇ ਪਾਲ ਲਏ, ਮਹੀਨਿਆਂ 'ਤੇ ਪਾਲ ਲਏ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਜਿਹੜੀ ਤੂੰ ਸੰਸਾਰੀ ਪ੍ਰੀਤਾਂ ਪਾ ਕੇ ਭਰਮਾਂ 'ਚ ਉਲਝਿਆ ਨਾ, ਇਹਦੇ ਤੋਂ ਮੁਕਤ ਹੋ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਭਰਮੇ ਭੁੱਲਾ ਤਤ ਨਾ ਜਾਣਾ। ਜਿਹੜਾ ਭਰਮਾਂ ਦੇ ਵਿੱਚ ਭੁੱਲ ਗਿਆ ਨਾ, ਉਹਨੇ ਜੀਵਨ ਦੇ ਤੱਤ ਨੂੰ, ਜੀਵਨ ਦੇ ਨਿਚੋੜ ਨੂੰ ਨਹੀਂ ਸਮਝ ਸਕਿਆ। ਭਰਮ ਭੁਲਾਇਆ, ਸਦਾ ਸੁਖ ਪਾਇਆ। ਜਿਹਨੇ ਜੀਵਨ ਦੇ ਵਿੱਚ ਭਰਮ ਭੁਲਾ ਦਿੱਤੇ ਆਪਣੇ ਜੀਵਨ 'ਚੋਂ, ਆਪਣੇ ਜੀਵਨ ਨੂੰ ਗੁਰੂ ਦੇ ਦੱਸੇ ਮਾਰਗ ਅਨੁਸਾਰ ਚਲਾ ਦਿੱਤਾ, ਉਹਨੇ ਸਦਾ ਸੁਖ ਪਾਇਆ। ਉਹਨੇ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕੀਤੀ ਹੈ। ਵਰਨਾ ਜਿਨ੍ਹਾਂ ਨੇ ਭਰਮ ਪਾਲ ਲਏ, ਉਹਨਾਂ ਨੇ ਸਦਾ ਹੀ ਪਰਮਾਤਮਾ ਤੋਂ ਦੂਰੀ ਬਣਾ ਲਈ। ਕਿਉਂਕਿ ਰੱਬ ਦਾ ਘਰ ਭਰਮਾਂ ਤੋਂ ਮੁਕਤ ਕਰਦਾ, ਰੱਬ ਦਾ ਘਰ ਭਰਮਾਂ ਦਾ ਖੰਡਨ ਕਰਦਾ। ਰੱਬ ਦਾ ਧਰਮ ਭਰਮ ਨਹੀਂ ਪਾਲਣ ਦਿੰਦਾ। ਤੇ ਭਰਮ ਸਾਡੇ ਜੀਵਾਂ ਦੇ ਆ। ਅਸੀਂ ਕਰਮ ਕਾਂਡਾਂ 'ਚ ਫਸ ਕੇ, ਇਹਨਾਂ ਭਰਮਾਂ ਦੇ ਵਿੱਚ, ਭਰਮਾਂ ਦੇ ਜਾਲ ਵਿੱਚ ਫਸ ਕੇ ਰੱਬ ਤੋਂ ਦੂਰੀ ਬਣਾ ਲਈ। ਪਰ ਸਤਿਗੁਰੂ ਕਹਿੰਦੇ ਨੇ ਸਮਝ, ਸੋਚ, ਵਿਚਾਰ, ਤੇਰੇ ਜੀਵਨ ਦੇ ਮਾਰਗ ਭਰਮ ਨਹੀਂ ਸਨ। ਤੇਰੇ ਜੀਵਨ ਦਾ ਮਾਰਗ ਸੱਚੇ ਪਰਮਾਤਮਾ ਦੇ ਨਾਮ ਹੈ, ਜਿਹਨੇ ਤੈਨੂੰ ਜੀਵਨ ਦਿੱਤਾ, ਜਿਹਦੇ ਤੂੰ ਜੀਵਨ ਨਾਲ ਜੁੜਨਾ। ਔਰ ਢਾਲ ਕੇ ਆਪਣੇ ਜੀਵਨ ਨੂੰ ਉਸ ਤਰ੍ਹਾਂ ਦਾ ਬਣਾ, ਉਸ ਅਕਾਲ ਪੁਰਖ ਪਰਮਾਤਮਾ ਨਾਲ ਜੋੜ। ਤੇ ਜੀਵਨ 'ਚੋਂ ਕਰਮ ਕਾਂਡ ਕੱਢ ਕੇ, ਭਰਮ ਕੱਢ ਕੇ, ਅੰਧ ਵਿਸ਼ਵਾਸ ਕੱਢ ਕੇ ਉਸ ਭਲੀ ਰੂਪ ਪਰਮਾਤਮਾ ਨਾਲ ਜੁੜ। ਜਿਹਨੇ ਸਰੀਰ ਦਿੱਤੇ ਨੇ, ਜਿਉ ਪਿੰਡ ਜਿਨ ਸਾਜਿਆ, ਉਹਨੇ ਪਿੰਡ ਸਾਜ ਦਿੱਤਾ, ਸਰੀਰ ਸਾਜ ਦਿੱਤਾ ਨਾ। ਉਹਨੇ ਇਕੱਲਾ ਸਾਜਿਆ ਹੀ ਨਹੀਂ, ਜਿਉ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਉਹਨੇ ਪਹਿਨਣ ਨੂੰ ਵੀ ਦਿੱਤਾ ਹੈ, ਖਾਣ ਨੂੰ ਵੀ ਦਿੱਤਾ ਹੈ, ਹੰਡਾਉਣ ਨੂੰ ਵੀ ਦਿੱਤਾ ਹੈ। ਉਹਨੇ ਸਾਰਾ ਕੁਝ ਦਿੱਤਾ ਹੈ। ਜਿਹਨੇ ਬਾਰਬ ਅਵਸਥਾ ਤੁਝੇ ਪਿਆਰਾ ਦੂਧ, ਬਾਲ ਅਵਸਥਾ ਦੇ ਵਿੱਚ ਦੁੱਧ ਦੀ ਸੂਝੀ ਦਿੱਤੀ, ਸਮਝ ਦਿੱਤੀ। ਭਰ ਜੋਬਨ ਭੋਜਨ ਸੁਖ ਸੂਦ, ਭਰ ਜੋਬਨ ਦੇ ਵਿੱਚ ਸੁਖ, ਦੁੱਧ ਦੀ ਸੋਝੀ, ਭੋਜਨ ਦੀ ਸੋਝੀ ਦਿੱਤੀ ਹੈ। ਉਸ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਸਾਰਾ ਕੁਝ ਦਿੱਤਾ ਹੈ। ਮੇਰੇ ਨਾਲ ਪ੍ਰੀਤ ਪਾ, ਅਕਾਲ ਪੁਰਖ ਪਰਮਾਤਮਾ ਨਾਲ ਜੁੜ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਾਂਝ ਨਾਲ ਜੁੜ।
ਫਿਰ ਸਤਿਗੁਰੂ ਕਹਿੰਦੇ ਤੇਰੀ ਸਦਾ ਹੀ ਨਿਭ ਜਾਵੇਗੀ, ਕਿਉਂਕਿ ਪਰਮਾਤਮਾ ਨਾਲ ਪ੍ਰੀਤ ਪਾਉਣੀ ਆ ਨਾ, ਤੇ ਇਸ ਤਰ੍ਹਾਂ ਦੀ ਹੋਵੇ ਜਿਵੇਂ ਮਛਲੀ ਦੀ ਤੇ ਪਾਣੀ ਦੀ ਆ। ਹੁਣ ਮਛਲੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਹਾਲਾਂਕਿ ਤਰਫਾ ਇੱਕ ਪ੍ਰੀਤ ਹੈ। ਪਾਣੀ ਨੂੰ ਮੱਛੀ ਨਾਲ ਕੋਈ ਸੰਬੰਧ ਨਹੀਂ, ਪਰ ਮੱਛੀ ਨੂੰ ਪਾਣੀ ਨਾਲ ਜ਼ਰੂਰ ਹੈ। ਮੱਛੀ ਦਾ ਜੀਵਨ ਬਾਹਰ ਨਹੀਂ, ਉਹਦੀ ਪ੍ਰੀਤ ਪਾਣੀ ਨਾਲ। ਤੇਰੀ ਪ੍ਰੀਤ ਇਸ ਤਰ੍ਹਾਂ ਹੀ ਪਰਮਾਤਮਾ ਨਾਲ ਹੋਵੇ। ਤੇਰੀ ਪ੍ਰੀਤ ਪਰਮਾਤਮਾ ਨਾਲ ਇਸ ਤਰ੍ਹਾਂ ਹੋਵੇ ਜਿਵੇਂ ਦੁੱਧ ਦੀ ਤੇ ਪਾਣੀ ਦੀ ਆ। ਹੁਣ ਦੁੱਧ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਵੇ ਤੇ ਵੱਖਰਿਆਂ ਕਰ ਸਕਦੇ ਆ? ਕਦੇ ਵੀ ਨਹੀਂ। ਉਹ ਰੰਗ ਆਪਣੇ ਵਰਗਾ ਕਰ ਲੈਂਦਾ, ਘੁਲ ਜਾਂਦਾ। ਤੇ ਸਤਿਗੁਰੂ ਕਹਿੰਦੇ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਜੁਗਤ ਪਛਾਨੀ। ਜਦੋਂ ਤੇਰੀ ਪਰਮਾਤਮਾ ਨਾਲ ਪ੍ਰੀਤ ਪੈ ਗਈ ਨਾ, ਤੇ ਤੇਰੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਆ, ਗੁਰੂ ਨੇ ਰਹਿਮਤ ਕਰ ਦੇਣੀ ਆ, ਗੁਰੂ ਨੇ ਬਖਸ਼ਿਸ਼ ਕਰ ਦੇਣੀ ਆ। ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ। ਕਹਿਣ ਲੱਗੇ ਫਿਰ ਤੇਰੀ ਪ੍ਰੀਤ ਇਸ ਤਰ੍ਹਾਂ ਪਰਮਾਤਮਾ ਨਾਲ ਬਣ ਜਾਣੀ ਹੈ ਕਿ ਜਿਸ ਤਰ੍ਹਾਂ ਪ੍ਰੀਤ ਅਕਾਲ ਪੁਰਖ ਪਰਮਾਤਮਾ ਕਹਿੰਦੇ ਜਿਵੇਂ ਪਾਣੀ ਨਾਲ ਪਾਣੀ ਮਿਲਾ ਦਿੱਤਾ ਜਾਵੇ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਵੇ, ਤੇ ਉਹ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ। ਫਿਰ ਉਹ ਪ੍ਰੀਤ ਟੁੱਟਦੀ ਨਹੀਂ, ਸਦਾ ਨਾਲ ਨਿਭ ਜਾਂਦੀ ਹੈ। ਫਿਰ ਉਹ ਪ੍ਰੀਤ ਹਮੇਸ਼ਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਨਿਭ ਜਾਂਦੀ ਹੈ। ਤੇ ਹੁੰਦੀ ਕਿਸ ਤਰ੍ਹਾਂ? ਜਿਹਦੇ ਤੇ ਗੁਰੂ ਕਿਰਪਾ ਕਰ ਦੇਵੇ, ਜਿਹਦੇ ਤੇ ਗੁਰੂ ਰਹਿਮਤ ਕਰ ਦੇਵੇ, ਜਿਹਦੇ ਤੇ ਗੁਰੂ ਬਖਸ਼ਿਸ਼ ਕਰ ਦੇਵੇ, ਉਹਦੀ ਪ੍ਰੀਤ ਹਮੇਸ਼ਾ ਪਰਮਾਤਮਾ ਨਾਲ ਨਿਭਦੀ ਹੈ। ਵਰਨਾ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ। ਤੇ ਗੁਰੂ ਦੀ ਕਿਰਪਾ ਤਾਂ ਹੀ ਬਣਨੀ ਹੈ, ਸਤਿਗੁਰੂ ਜੀ ਦੇ ਪਾਵਨ ਬਚਨ ਹੈ, ਜਦੋਂ ਹਿਰਦੇ ਅੰਦਰੋਂ, ਮੁੱਖ ਅੰਦਰੋਂ ਬਾਹਰੋਂ ਇੱਕ ਆਵਾਜ਼ ਆਵੇ। ਜਦੋਂ ਅੰਦਰੋਂ ਬਾਹਰੋਂ ਇੱਕ ਆਵਾਜ਼ ਆਵੇ ਤੇ ਫਿਰ ਉਸ ਪਰਮਾਤਮਾ ਨਾਲ ਹਮੇਸ਼ਾ ਸਾਥ ਨਿਭਦਾ। ਸਤਿਗੁਰੂ ਸਮਝਾਉਂਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿਣ ਲੱਗੇ ਜਦੋਂ ਇਹੀ ਮਨ ਦੇ ਵਿੱਚੋਂ, ਮੁੱਖ ਦੇ ਵਿੱਚੋਂ ਇੱਕ ਗੱਲ ਨਿਕਲੇ, ਇਹ ਲੱਛਣ ਬ੍ਰਹਮ ਗਿਆਨੀ ਹੋਏ, ਫਿਰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਬ੍ਰਹਮ ਗਿਆਨ ਨੂੰ ਪਾਇਆ ਜਾਂਦਾ, ਫਿਰ ਪਰਮਾਤਮਾ ਨਾਲ ਪ੍ਰੀਤ ਬਣਦੀ ਹੈ। ਜਿੰਨਾ ਚਿਰ ਸਾਡੇ ਮੁੱਖ ਤੋਂ ਗੱਲਾਂ ਹੋਰ ਨੇ, ਸਾਡੇ ਅੰਦਰ ਗੱਲਾਂ ਹੋਰ ਨੇ, ਉਹਨਾਂ ਚਿਰ ਨਹੀਂ। ਜਦੋਂ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਈਏ, ਕਰਮ ਕਾਂਡਾਂ ਤੋਂ ਦੂਰ ਹੋ ਜਾਈਏ, ਅੰਧ ਵਿਸ਼ਵਾਸ ਤੋਂ ਦੂਰ ਹੋ ਜਾਈਏ, ਉਦੋਂ ਹਮੇਸ਼ਾ ਫਿਰ ਜਦੋਂ ਸਾਨੂੰ ਅਸਲ ਮਾਰਗ ਦਾ ਪਤਾ ਲੱਗ ਗਿਆ ਕਿ ਇਹ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਮਾਰਗ ਔਖਾ ਹੈ, ਮਾਰਗ ਕਠਿਨ ਹੈ, ਪਰ ਜਦੋਂ ਚੱਲ ਗਏ ਫਿਰ ਸੰਸਾਰ ਦੇ ਵਿੱਚ ਵੀ ਉਸਤਤੀ, ਸੰਸਾਰ ਦੇ ਵਿੱਚ ਵੀ ਮਾਣ, ਸੰਸਾਰ ਦੇ ਵਿੱਚ ਵੀ ਸਤਿਕਾਰ ਮਿਲਦਾ। ਫਿਰ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਮਨੁੱਖ ਜੀਂਦਾ, ਤੇ ਮਨੁੱਖ ਨੂੰ ਪਤਾ ਲੱਗ ਜਾਂਦਾ ਵੀ ਮੇਰੀ ਜਿਹੜੀ ਪਰਮਾਤਮਾ ਨਾਲ ਪ੍ਰੀਤ ਹੈ, ਇਹ ਇਕੱਲੀ ਲੋਕ ਦੇ ਵਿੱਚ ਨਹੀਂ, ਇਹ ਪਰਲੋਕ 'ਚ ਵੀ ਨਿਭੇਗੀ। ਫਿਰ ਪਰਮਾਤਮਾ ਪਰਲੋਕ ਦੇ ਵਿੱਚ ਵੀ ਬਾਂਹ ਫੜ ਕੇ ਛੱਡਦਾ ਨਹੀਂ, ਕਿਉਂਕਿ ਉਹਦਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਫੰਦਾ। ਜਿਹੜਾ ਉਹਦੀ ਸ਼ਰਨ 'ਚ ਆ ਗਿਆ ਨਾ, ਉਹਨੂੰ ਆਪਣੇ ਗਲੇ ਨਾਲ ਲਾ ਲੈਂਦਾ, ਉਹਨੂੰ ਆਪਣੇ ਗਲੇ ਨਾਲ ਜੋੜ ਲੈਂਦਾ, ਉਹਨੂੰ ਹਮੇਸ਼ਾ ਵਾਸਤੇ ਆਪਣਾ ਬਣਾ ਲੈਂਦਾ ਕਿ ਉਹ ਮੇਰਾ। ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ। ਜੇ ਸੁੱਖ ਨੂੰ ਚਾਹੁੰਦਾ ਹੈ ਨਾ ਜੀਵਨ ਦੇ ਵਿੱਚ, ਜੇ ਕਹਿੰਦਾ ਮੈਂ ਦੁਖੀ ਨਾ ਹੋਵਾਂ, ਤੇ ਫਿਰ ਉਹ ਸ਼ਰਨ ਇੱਕ ਹੀ ਹੈ, ਰੱਬ ਦਾ ਦਰ ਹੈ, ਰੱਬ ਦੀ ਇਬਾਦਤ ਹੈ, ਜਿਹੜੀ ਪਰਮਾਤਮਾ ਦੇ ਦਰ ਤੋਂ ਮਿਲਣੀ ਹੈ। ਉਸ ਸ਼ਰਨ 'ਚ ਆ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਫਿਰ ਉਸ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਕੋਈ ਵੀ ਦੁੱਖ ਜੀਵਨ ਦੇ ਵਿੱਚ ਰਹਿਣ ਨਹੀਂ ਦੇਣਾ। ਫਿਰ ਦੁੱਖਾਂ ਤੋਂ ਨਿਰਲੇਪ ਹੋ ਜਾਵੇਗਾ, ਫਿਰ ਤੇਰਾ ਜੀਵਨ ਹਰਖ ਸੋਗ ਦੀ ਖੁਸ਼ੀ ਗਮੀ ਤੋਂ ਨਿਰਲੇਪ ਹੋ ਜਾਵੇਗਾ, ਫਿਰ ਤੇਰੇ ਅੰਦਰ ਆਨੰਦ ਬਣ ਜਾਵੇਗਾ। ਤੇ ਆਨੰਦ ਦਾ ਆਪੋਜਿਟ ਕੋਈ ਨਹੀਂ। ਸੁੱਖ ਤੇ ਅੱਜ ਹੈ, ਕੱਲ੍ਹ ਨੂੰ ਦੁੱਖ 'ਚ ਤਬਦੀਲ ਹੋ ਜਾਣਾ। ਕਿਤੇ ਪਹਿਲਾਂ ਦੁਖੀ ਸਾਂ, ਹੁਣ ਸੁਖੀ ਹਾਂ, ਤੇ ਕੋਈ ਪਤਾ ਨਹੀਂ ਕਦੋਂ ਦੁੱਖ ਤੇ ਕਦੋਂ ਸੁੱਖ ਆਉਣਾ।
ਇਹ ਜੀਵਨ ਦੇ ਦੋ ਪਹਿਲੂ ਨੇ, ਮੁੜ ਆਉਂਦੇ ਰਹਿੰਦੇ ਆ। ਪਰ ਜਦੋਂ ਆਨੰਦ ਆ ਗਿਆ ਨਾ, ਫਿਰ ਤੇਰੀ ਉਸ ਅਕਾਲ ਪੁਰਖ ਪਰਮਾਤਮਾ ਨਾਲ ਪ੍ਰੀਤ ਜੁੜ ਜਾਣੀ ਹੈ। ਸਤਿਗੁਰੂ ਕਿਰਪਾ ਕਰਨ, ਆਪ ਸਰਬੱਤ ਸੰਗਤ ਦੀਆਂ ਹਾਜ਼ਰੀਆਂ, ਭੇਟਾਵਾਂ, ਸੇਵਾਵਾਂ ਪ੍ਰਵਾਨ ਕਰਨ ਜੀ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ, ਸਤਿਗੁਰੂ ਬਖਸ਼ ਲੈਣ। ਹੋਈਆਂ ਭੁੱਲਾਂ ਦੀ ਮੁਆਫੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।